ਸਾਡੇ ਇੱਥੇ ਨਾ ਜੀ ਕੋਰਸ ਕਾਫੀ ਟਾਈਮ ਤੋਂ ਚੱਲ ਰਿਹਾ ਅਤੇ ਜਿਹੜੀ ਹੁਣ ਸਮੱਸਿਆ ਆ ਰਹੀ ਹੈ ਉਹ ICR ਨੇ ਕੰਡੀਸ਼ਨਾਂ ਰੱਖੀਆਂ ਵੀ ਕਾਲਜ ਕੋਲੇ ਘੱਟੋ ਘੱਟ 40 ਕਿੱਲੇ ਜ਼ਮੀਨ ਹੋਵੇ ਅਤੇ ਲੈਬੋਰਟਰੀ ਦਾ ਸਮਾਨ ਪੂਰਾ ਹੋਵੇ ਅਤੇ ਟੀਚਰ ਸਾਰੇ ਪੂਰੇ ਹੋਣ। ਉਹ ਮੰਗ ਦੇ ਕਾਰਨ ਅਤੇ ਕਾਲਜ ਕੋਲੇ ਉਨੀ ਲੋੜੀਂਦੀ ਜ਼ਮੀਨ ਹੈ ਨਹੀਂ ਅਤੇ ਜਿਸ ਕਾਰਨ BSc ਐਗਰੀਕਲਚਰ ਇੱਥੋਂ ਖਤਮ ਹੋਣ ਜਾ ਰਹੀ ਹੈ। ਪਰ ਜੋ ਮੇਨ ਗੱਲ ਹੈ ਵੀ ਇੱਥੇ ਬਹੁਤ ਸਾਰੇ ਸਟੂਡੈਂਟ ਜੇ ਉਹ ਨਹੀਂ ਵੀ ਐਫਰਟ ਕਰ ਸਕਦੇ ਉਹ ਬਹੁਤ ਹੀ ਘੱਟ ਪੈਸਿਆਂ ਦੇ ਇੱਥੇ BSc ਐਗਰੀਕਲਚਰ ਕਰ ਰਹੇ ਸੀ ਅਤੇ ਉਹ ਹੁਣ ਇੱਥੋਂ ਬੰਦ ਹੋਣ ਜਾ ਰਹੀ ਹੈ ਅਤੇ ਉਸ ਕਰਕੇ ਹੁਣ ਇੱਥੇ ਸੰਭਵ ਨਹੀਂ ਹੈਗੀ ਵੀ ਕੋਈ ਵੀ ਘੱਟ ਪੈਸਿਆਂ 'ਤੇ ਇੱਥੇ BSc ਐਗਰੀਕਲਚਰ ਕਰ ਸਕੇ। ਅਤੇ ਉਸ ਸੰਬੰਧੀ ਅਸੀਂ ਬਸ ਧਰਨੇ ਵੀ ਕਾਫੀ ਲਾਏ ਵੀ ਇੱਥੋਂ ਕੋਈ ਸਰਕਾਰ ਵੱਲੋਂ ਸਾਨੂੰ ਮਦਦ ਮਿਲ ਜੇ, ਪਰ ਸਾਡਾ ਕਿਸੇ ਨੇ ਬਾਂਹ ਨਹੀਂ ਫੜੀ, ਸਾਨੂੰ ਕੋਈ ਮਿਲਿਆ ਨਹੀਂ ਕੋਈ ਵੀ ਰਿਸਪੌਂਸ ਸਰਕਾਰ ਵੱਲੋਂ। ਸਾਡੀ ਇਹੀ ਅਪੀਲ ਆ ਵੀ ਸਾਡਾ ਇੱਥੇ BSc ਐਗਰੀਕਲਚਰ ਮੁੜ ਸੁਰਜੀਤ ਕੀਤੀ ਜਾਵੇ ਅਤੇ ਜੋ ਵੀ ਮੰਗਾਂ ਗੀਆਂ ਉਹ ਕਾਲਜ ਦੀਆਂ ਵੀ ICR ਦੀਆਂ ਮੰਗਾਂ ਨੇ ਉਹ ਸਾਰੀਆਂ ਸਰਕਾਰ ਆਪਦੀ ਮਦਦ ਦੇ ਕੇ ਉਹ ਸਾਰੀਆਂ ਪੂਰੀਆਂ ਕਰੇ ਅਤੇ BSc ਐਗਰੀਕਲਚਰ ਇਸ ਕਾਲਜ ਵਿੱਚ ਮੁੜ ਸੁਰਜੀਤ ਕੀਤੀ ਜਾਵੇ। ਧੰਨਵਾਦ। ਮੇਰਾ ਨਾਮ ਰੋਹਿਤ ਸ਼ਰਮਾ ਹੈ। ਮੈਂ ਇੱਥੇ BSc ਐਗਰੀਕਲਚਰ ਦਾ ਵਿਦਿਆਰਥੀ ਹਾਂ। ਜਦੋਂ ਸਾਡਾ ਇਹ ਕੋਰਸ ਬੰਦ ਹੋਇਆ ਅਤੇ ਸਾਡੇ ਨਾਲ ਸਾਡੇ MLA ਜੈਤੋ, MLA ਫਰੀਦਕੋਟ ਅਤੇ ਸਾਰੇ ਇੱਥੇ ਧਰਨੇ 'ਚ ਸ਼ਾਮਲ ਹੁੰਦੇ ਸਨ। ਇਹਨਾਂ ਨੇ ਸਾਨੂੰ ਇੱਕ ਆਸ ਜਗਾ ਦਿੱਤੀ ਜਦੋਂ ਸਾਡੀ ਸਰਕਾਰ ਆਊਗੀ ਅਤੇ ਅਸੀਂ ਤੁਹਾਡੀ ਇਹ ਮੁੜ ਬਹਾਲ ਕਰ ਦਾਂਗੇ ਐਗਰੀਕਲਚਰ। ਪਰ ਹੁਣ ਕਰੀਬ 1 ਸਾਲ ਹੋ ਗਿਆ ਇਹਨਾਂ ਦੀ ਸਰਕਾਰ ਆਈ ਨੂੰ, ਪਰ ਸਾਨੂੰ ਕੋਈ ਇਸ ਉਮੀਦ ਦੀ ਕਿਰਨ ਨਹੀਂ ਦਿਖ ਰਹੀ ਇਹਨਾਂ ਤੋਂ। ਇੱਕ ਵਾਰੀ ਤਾਂ ਸੈਸ਼ਨ ਵਿੱਚ ਇਸ ਦਾ ਨਾਮ ਲਿੱਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਕਿਸੇ ਸਰਕਾਰ ਦੇ ਨੁਮਾਇੰਦੇ ਜਾਂ ਕਿਸੇ ਵੱਲੋਂ ਗੋਲਿਆ ਨਹੀਂ ਗਿਆ। ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੇ ਗਰੀਬਾਂ ਦੇ ਜਵਾਕ ਜਾਂ ਕੋਈ ਵੀ ਲੋਕਲ ਬੱਚੇ ਪੜ੍ਹਦੇ ਸੀਗੇ ਉਹਨਾਂ ਨੂੰ ਇੱਕ ਸਹਾਰਾ ਸੀ BSc ਐਗਰੀਕਲਚਰ ਦਾ, ਖੇਤੀਬਾੜੀ ਨਾਲ ਜੁੜਨ ਦਾ, ਅਤੇ ਜੁੜਨ ਦਾ ਇੱਕੋ ਇੱਕ ਅਫਸਰ ਸੀ ਸਾਡੇ ਕੋਲ ਖੇਤੀਬਾੜੀ ਨਾਲ, ਅਤੇ ਹੁਣ ਉਹ ਵੀ ਸਾਡੇ ਤੋਂ ਖੋਹ ਲਿੱਤਾ ਗਿਆ। ਅਸੀਂ ਕਰੀਬ 4 ਸਾਲ ਹੋ ਗਏ ਸਾਨੂੰ ਅਖੀਰਲੇ ਹਾਲ 'ਚ ਆ ਗਏ ਹਾਂ। ਸਾਡੇ ਨਾਲ ਕੋਈ ਸਾਡਾ ਜੂਨੀਅਰ ਨਹੀਂ ਸਾਡੇ ਨਾਲ ਜੁੜਿਆ ਜਿਹਨੂੰ ਅਸੀਂ ਆਪਦੀ ਗਿਆਨ ਵੰਡ ਸਕੀਏ ਐਗਰੀਕਲਚਰ ਰਿਲੇਟਡ। ਇਸ ਤਰੀਕੇ ਨਾਲ ਇੱਕ ਖੇਤੀਬਾੜੀ ਆਪਣੇ ਪੰਜਾਬ ਦੇ ਨਾਲ ਘਟਾਈ ਜਾ ਰਹੀ ਹੈ, ਆਪਣਾ ਨੌਲੇਜ ਨਹੀਂ ਵੰਡੀ ਜਾ ਸਕਦੀ ਸੀ। ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰੇ ਵੀ ਜਿਵੇਂ ਇਹਨਾਂ ਨੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਹੁਣ ਵਾਅਦੇ 'ਤੇ ਖੜ੍ਹਨ। ਮੇਰਾ ਨਾਮ ਕਾਮਨਾ ਸ਼ਰਮਾ ਹੈ। ਅਸੀਂ ਇਸ ਮੁੱਦੇ 'ਤੇ ਗੱਲ ਕਰ ਰਹੇ ਹਾਂ ਕਿ BSc ਐਗਰੀਕਲਚਰ ਔਨਰਸ ਇੱਕ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਕੋਰਸ ਸੀਗਾ ਜਿਹੜਾ ਆਪਣੇ ਬਰਜਿੰਦਰਾ ਕਾਲਜ 'ਚ ਚੱਲਦਾ ਆ ਰਿਹਾ ਕਾਫੀ ਸਮੇਂ ਤੋਂ। ਬਟ ਹੁਣ ਕੀ ਹੋ ਰਿਹਾ ਕਿ ICR ਦੇ ਕੁਝ ਮੰਗਾਂ ਕਰਕੇ ਜੋ ਸਾਡਾ ਕਾਲਜ ਪੂਰਾ ਨਹੀਂ ਕਰ ਪਾ ਰਿਹਾ, ਬਟ ਉਹਦੇ ਕਰਕੇ ਹੁਣ ਬੰਦ ਹੋ ਰਿਹਾ ਸਾਡੇ ਇੱਥੇ ਐਗਰੀਕਲਚਰ। ਇਹਦੀ ਸਮੱਸਿਆ ਜਿਹੜੀ ਮਿਡਲ ਕਲਾਸ ਜਾਂ ਅਮੀਰ ਲੋਕ ਆ ਉਹਨਾਂ ਨੂੰ ਤਾਂ ਨਹੀਂ ਇੰਨੀ ਫੀਲ ਹੋਊਗੀ, ਬਟ ਜਿਹੜਾ ਗਰੀਬ ਤਬਕਾ ਜਿਨ੍ਹਾਂ ਦੇ ਬੱਚੇ ਬਹੁਤ ਦੂਰੋਂ ਇੱਥੇ ਆ ਰਹੇ ਸੀ ਪੜ੍ਹਨ ਲਈ ਉਹਨਾਂ ਨੂੰ ਹੁਣ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ। ਐਗਰੀਕਲਚਰ ਇੱਕ ਇਹੋ ਜਿਹੀ ਚੀਜ਼ ਹੈ ਕਿ ਜੇ ਆਪਾਂ ਦੇਖੀਏ ਤਾਂ ਜਿਹੜੇ ਬੱਚੇ ਮਿੱਟੀ ਨਾਲ ਜੁੜੇ ਹੋਏ ਆ ਉਹ ਜ਼ਿਆਦਾ ਇਸ ਚੀਜ਼ ਨੂੰ ਵਧਾ ਸਕਦੇ। ਉਹ ਆਪਦੀ ਸੂਝ-ਬੂਝ ਨਾਲ ਜਾਂ ਆਪਦੇ ਜਿਹੜੇ ਗਰਾਊਂਡ ਲੈਵਲ ਦੀ ਰਿਐਲਿਟੀ ਹੁੰਦੀ ਹੈ ਉਹਨੂੰ ਜ਼ਿਆਦਾ ਐਕਸਪ੍ਰੈਸ ਕਰਕੇ ਕੁਝ ਚੰਗਾ ਕੰਮ ਕਰ ਸਕਦੇ ਸੀ ਸੁਸਾਇਟੀ ਲਈ। ਪਰ ਜਦੋਂ ਹੁਣ ਆਪਾਂ ਇਹ ਕੋਰਸ ਬੰਦ ਹੋ ਜਾਊਗਾ ਤਾਂ ਜਿੰਨਾ ਗਰੀਬ ਬੱਚਾ ਇੱਥੇ ਆ ਰਿਹਾ ਸੀ, ਜਿੰਨਾ ਉਹ ਤਬਕਾ ਸੀਗਾ ਜਿਹੜਾ ਸੋਚਦਾ ਸੀ ਕਿ ਅਸੀਂ BSc ਐਗਰੀਕਲਚਰ ਕਰਕੇ ਵਧੀਆ ਪੜ੍ਹ ਕੇ ਕਾਫੀ ADOs ਜਾਂਦੇ ਹੁੰਦੇ ਸੀ, ਇੱਥੋਂ ਕਈ ਚੰਗੇ ਰੈਂਕ ਦੇ ਆਫਿਸਰਸ ਲੱਗੇ ਆ, ਹੁਣ ਉਹ ਸਾਰਾ ਕੁਝ ਖਤਮ ਹੋ ਜਾਊਗਾ ਇੱਥੋਂ। ਹੁਣ ਇਲੈਕਸ਼ਨਸ ਵੇਲੇ ਕਾਫੀ ਪੋਲੀਟੀਸ਼ੀਅਨਸ ਆਏ ਜਿਨ੍ਹਾਂ ਨੇ ਸਾਨੂੰ ਆਸ਼ਵਾਸਨ ਤਾਂ ਉਦੋਂ ਦਿੱਤੇ ਸੀਗੇ ਕਿ ਇਹ ਖਤਮ ਨਹੀਂ ਹੋਣ ਦੇਵਾਂਗੇ ਅਸੀਂ ਇੱਥੋਂ। ਕਈ MLAs ਆਉਂਦੇ ਸੀ, ਹੋਰ ਵੀ ਕਾਫੀ ਪੋਲੀਟੀਸ਼ੀਅਨਸ ਵੱਡੇ ਲੈਵਲ ਦੇ ਸੀ ਜਿਹੜੇ ਉਹਨਾਂ ਨਾਲ ਸਾਡੇ ਲਿੰਕ ਬਣੇ ਸੀ। ਬਟ ਹੁਣ ਜਦੋਂ ਦੇ ਇਲੈਕਸ਼ਨਸ ਖਤਮ ਹੋ ਗਏ, ਪਾਰਟੀਆਂ ਜਿੱਤ ਗਈਆਂ, ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਬਸ ਉਹਦੇ ਇੱਕ ਫੋਕੇ ਵਾਅਦੇ ਕਰ ਦਿੱਤੇ ਗਏ ਸੀ ਕਿ ਸਾਰੇ ਬੱਚਿਆਂ ਨੂੰ ਐਜੂਕੇਸ਼ਨ ਮਿਲੂਗੀ। ਇੱਥੇ ਬਹੁਤ ਹੀ ਵਧੀਆ ਡਿਪਾਰਟਮੈਂਟ ਨਵੇਂ ਬਣੇ ਆ ਜਿਨ੍ਹਾਂ ਨੂੰ ਸਰਕਾਰ ਨੇ ਕਾਫੀ ਗ੍ਰਾਂਟਾਂ ਦਿੱਤੀਆਂ ਅਤੇ ਉਹ ਸਿਰਫ ਐਗਰੀਕਲਚਰ ਲਈ ਹੀ ਬਣੇ ਸੀ। ਹੋਸਟਲ ਜਿੰਨਾ ਹੈਗਾ ਉਹ ਕਾਫੀ ਬੱਚਾ ਐਗਰੀਕਲਚਰ ਦਾ ਹੀ ਹੁੰਦਾ, ਅਤੇ ਜੇ ਐਗਰੀਕਲਚਰ ਖਤਮ ਹੋਊਗੀ ਤਾਂ ਉਹ ਸਾਰੇ ਬੱਚਿਆਂ ਨੂੰ ਵੀ ਦਿੱਕਤ ਆਊਗੀ। ਅਤੇ ਇਸ ਕਰਕੇ ਹੁਣ ਹੋਣਾ ਕੀ ਚਾਹੀਦਾ ਕਿ ਇਸ ਕਾਲਜ ਨੂੰ ਸਰਕਾਰ ਵੱਲੋਂ ਸਪੋਰਟ ਮਿਲਣਾ ਚਾਹੀਦਾ, ਜੋ ਕਰਨਾ ਹੈ ਕੰਮ ਖਤਮ ਕਰਕੇ ਅਤੇ ICR ਦੀਆਂ ਮੰਗਾਂ ਪੂਰੀਆਂ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ BSc ਐਗਰੀਕਲਚਰ ਸ਼ੁਰੂ ਕਰਨੀ ਚਾਹੀਦੀ ਹੈ। ਸਾਡੇ ਕਈ ਟੀਚਰਸ ਹੈ ਜਿਹੜੇ ਹੁਣ ਗੈਸਟ ਫੈਕਲਟੀ 'ਤੇ ਕੰਮ ਕਰ ਰਹੇ ਹੈ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਹੈ, ਉਹਨਾਂ ਦੀ ਵੀ ਜਿਹੜੀ ਆਪਾਂ ਕਹਿੰਦੇ ਕਾਬਲੀਅਤ ਉਹਨਾਂ ਦਾ ਵੇਸਟੇਜ ਕਰਨ ਵਾਲਾ ਹਿਸਾਬ ਹੋ ਜਾਊਗਾ ਜੇ ਐਗਰੀਕਲਚਰ ਨਹੀਂ ਸ਼ੁਰੂ ਹੁੰਦਾ। ਜਿਸ ਤਰ੍ਹਾਂ
ਪੂਰੇ ਪੰਜਾਬ ਜਿਹੜੇ 5 ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚੋਂ BSc ਐਗਰੀਕਲਚਰ ਦੇ ਜਿਹੜੇ ਹੈਗੇ ਕੋਰਸ ਹੈ ਬੰਦ ਕੀਤੇ ਜਾ ਰਹੇ ਆ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਹ ਜਿਹੜੀ ਹੈਗੀ ਹੈ ਵਪਾਰ ਵਿੱਦਿਆ ਦੇ ਵਪਾਰੀਕਰਨ ਵਾਲੇ ਪਾਸੇ ਜਾ ਰਹੇ ਜੀ, ਇਹ ਵਪਾਰੀਕਰਨ ਪ੍ਰਾਈਵੇਟਾਈਜੇਸ਼ਨ ਤਾਂ ਦੇਖੋ ਹੋਊਗੀ। ਕਿਉਂਕਿ ਹੁਣ ਜੇ ਇੱਥੇ ਬੱਚੇ ਨੂੰ BSc ਐਗਰੀਕਲਚਰ ਆਨਰਸ ਦੀ ਡਿਗਰੀ ਮਿਲ ਕੇ ਸੇਮ ADO ਦੀ ਜਾਂ ਹੋਰ ਕੋਈ ਪੇਪਰ ਕਲੀਅਰ ਕਰਕੇ ਕੰਪੀਟੀਟਿਵ ਸੇਮ ਰੈਂਕ ਦੀ ਨੌਕਰੀ ਮਿਲ ਰਹੀ ਹੈ ਕਿ ਜਿਹੜਾ ਬੱਚਾ 8-10 ਲੱਖ ਰੁਪਇਆ ਕਰਕੇ ਆਪਦੀ ਡਿਗਰੀ ਲੈਂਦਾ ਸੀ। ਹੁਣ ਤੁਸੀਂ ਇਹ ਦੇਖੋ ਵੀ ਇੱਥੇ ਕਈ SC ਕੈਟੇਗਰੀ ਦੇ ਬੱਚੇ ਜਾਂ ਜਿਹੜੇ ਗਰੀਬ ਬੱਚੇ ਉਹਨਾਂ ਨੂੰ ਵਜ਼ੀਫਾ ਮਿਲਦਾ ਅਤੇ ਉਹ ਸਿਰਫ 4000 ਰੁਪਇਆ ਸਾਲ ਦੀ ਫੀਸ ਦੇ ਕੇ ਵੀ ਆਪਦੀ ਡਿਗਰੀ ਲੈ ਲੈਂਦੇ ਆ, ਸਿਰਫ 4000 ਰੁਪਇਆ, ਅਤੇ ਕਿਤੇ 8-8 10-10 ਲੱਖ ਰੁਪਇਆ ਦੇ ਕੇ ਵੀ ਗ੍ਰੈਜੂਏਸ਼ਨ ਪੂਰੀ ਨਹੀਂ ਹੋ ਰਹੀ। ਤਾਂ ਜੇ ਉਸ ਬੱਚੇ ਨੂੰ ਸੇਮ ਨੌਕਰੀ ਮਿਲ ਰਹੀ ਹੈ ਤਾਂ ਕਿਤੇ ਨਾ ਕਿਤੇ ਉਹ ਪ੍ਰਾਈਵੇਟ ਕਾਲਜਸ ਨੂੰ ਫਰਕ ਪੈਂਦਾ ਉਸ ਚੀਜ਼ ਕਰਕੇ। ਤਾਂ ਕੰਪੀਟੀਸ਼ਨ ਘਟਾਉਣ ਲਈ ਅਤੇ ਉਹਨਾਂ ਦੀ ਐਡਮਿਸ਼ਨਸ ਵਧਾਉਣ ਲਈ ਇਸ ਤਰੀਕੇ ਦੀਆਂ ਜਿਹੜੀਆਂ ਨੀਤੀਆਂ ਉਹ ਅਪਣਾਉਂਦੀ ਹੈ ਸਰਕਾਰ, ਤਾਂ ਕਿ ਉਹਨਾਂ ਕਾਲਜਸ ਨੂੰ ਫਾਇਦਾ ਹੋ ਜਾਵੇ ਅਤੇ ਉਹਨਾਂ ਤੋਂ ਜੋ ਵੀ ਫੰਡਸ ਵਗੈਰਾ ਹੁੰਦੇ ਉਹ ਤਾਂ ਦੇਖੋ। ਜਿਹੜੀ ਇੱਥੇ ਹੁਣ BSc ਐਗਰੀਕਲਚਰ ਖਤਮ ਕੀਤੀ ਜਾ ਰਹੀ ਹੈ, ਜਿਹੜੇ ਬੱਚੇ ਲਾਸਟ ਬੈਚ ਸੀਗਾ ਉਹ ਵੀ ਅਗਲੇ 10-15 ਦਿਨਾਂ 'ਚ ਪਾਸ ਆਊਟ ਹੋ ਜਾਣਗੇ। ਉਸ ਤੋਂ ਬਾਅਦ ਨਵੀਆਂ ਕਲਾਸਾਂ ਨਹੀਂ ਆ ਰਹੀਆਂ ਹੈਗੀਆਂ, ਕੀ ਕਹਿਣਾ ਇਸ ਨੂੰ ਲੈ ਕੇ? ਦੇਖੋ ਜੀ, ਜਿਹੜਾ ਸਰਕਾਰੀ ਬਰਿੰਦਰਾ ਕਾਲਜ ਫਰੀਦਕੋਟ ਹੈ ਇਹ ਇੱਕੋ ਇੱਕ ਪੂਰੇ ਪੰਜਾਬ ਦਾ ਕਾਲਜ ਸੀਗਾ ਜਿੱਥੇ ਸਰਕਾਰੀ ਤੌਰ ਤੇ BSc ਐਗਰੀਕਲਚਰ ਕਰਾਈ ਜਾਂਦੀ ਸੀਗੀ, ਔਰ ਇਹ ਸਭ ਤੋਂ ਪੁਰਾਣਾ ਕਾਲਜ ਹੈ। ਇਸ ਤੋਂ ਬਿਨਾਂ ਹੋਰ ਕੋਈ ਕਾਲਜ ਇਹੋ ਜਿਹਾ ਨਹੀਂ ਸੀਗਾ ਜਿੱਥੇ ਸਰਕਾਰੀ ਤੌਰ ਤੇ ਜਿਹੜੀ ਹੈ BSc ਐਗਰੀਕਲਚਰ ਇੰਨੀ ਲੰਮੀ ਤੇ ਇੰਨੇ ਪੁਰਾਣੇ ਸਮੇਂ ਤੋਂ ਚੱਲ ਰਹੀ ਹੋਵੇ। ਇਹ 1982 ਦੇ ਵਿੱਚ ਲਗਭਗ ਸ਼ਾਇਦ 1982 ਦੀ ਗੱਲ ਹੈ ਕਿ ਗਿਆਨੀ ਜੈਲ ਸਿੰਘ ਜੀ ਨੇ ਇੱਥੇ BSc ਐਗਰੀਕਲਚਰ ਸ਼ੁਰੂ ਕਰਾਈ। ਉਸ ਤੋਂ ਪਹਿਲਾਂ ਵੀ ਜਿਹੜਾ ਹੈ ਇੱਥੇ ਐਗਰੀਕਲਚਰ ਦਾ ਕੋਰਸ ਚੱਲਿਆ ਕਰਦਾ ਸੀਗਾ। ਉਸ ਤੋਂ ਬਾਅਦ 1992 ਦੇ ਵਿੱਚ ਇੱਥੇ ਇੱਕ ਵਾਰ BSc ਐਗਰੀਕਲਚਰ ਬੰਦ ਕਰ ਦਿੱਤੀ ਗਈ ਸੀ ਅਤੇ 95 ਦੇ ਵਿੱਚ ਸ਼ਹਿਰ ਦਾ ਵਫਦ ਸਰਦਾਰ ਅਵਤਾਰ ਸਿੰਘ ਬਰਾੜ ਦੇ ਰਾਹੀਂ ਜਿਹੜਾ ਹੈ ਉਹ ਜਾ ਕੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਹਰਿਆਂ ਨੂੰ ਮਿਲਿਆ ਸੀਗਾ ਅਤੇ ਸਰਦਾਰ ਬਿਆਨ ਸਿੰਘ ਹਰਿਆਂ ਨੇ ਇੱਕ ਖਾਲੀ ਕਾਗਜ਼ ਜਿਹੜਾ ਲੈ ਕੇ ਗਏ ਸੀ, ਲਿਖ ਕੇ ਚਿੱਠੀ, ਉਹਦੇ ਉੱਤੇ ਲਿਖਤਾ ਸੀਗਾ ਕਿ ਤੁਰੰਤ BSc ਐਗਰੀਕਲਚਰ ਇੱਥੇ ਚਾਲੂ ਕੀਤੀ ਜਾਂਦੀ ਅਤੇ ਦੁਬਾਰਾ ਫਿਰ ਇੱਥੇ ਜਿਹੜੀ ਆ ਉਹ ਸ਼ੁਰੂ ਹੋ ਗਈ ਸੀਗੀ। ਤਾਂ ਹੁਣ ਜਿਹੜੀ BSc ਐਗਰੀਕਲਚਰ ਬੰਦ ਹੋਈ ਹੈ, ਉਹਦਾ ਬੰਦ ਹੋਣ ਦਾ ਜਿਹੜਾ ਮੁੱਖ ਕਾਰਨ ਹੈਗਾ ਉਹ ਮੈਂ 3 ਮੁੱਖ ਕਾਰਨ ਮੰਨਦਾ ਹੈਗਾ। ਇੱਕ ਤਾਂ ਕਿ ਸਾਡੇ ਕੋਲ ਜ਼ਮੀਨ ਦੀ ਕਮੀ ਹੈ, ਔਰ ਪਰ ਜ਼ਮੀਨ ਦੀ ਕਮੀ ਦੇ ਨਾਲ ਨਾਲ ਇੱਥੇ ਮੈਂ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਕੇਵਲ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਹੀ ਸੀ ਜਿਹਦੇ ਕੋਲੇ 15 ਏਕੜ ਐਗਰੀਕਲਚਰ ਫਾਰਮ ਸੀ। ਹੋਰ ਕਿਸੇ ਕਾਲਜ ਕੋਲ ਇਹ ਫਾਰਮ ਜਿਹੜਾ ਨਹੀਂ ਸੀਗਾ। ਪਰ ICAR ਤੇ ਐਗਰੀਕਲਚਰ ਕਾਉਂਸਲ ਨੇ ਇਹ ਜ਼ਮੀਨ ਵਧਾ ਕੇ ਲਗਭਗ 40 ਏਕੜ ਕਰ ਦਿੱਤੀ ਹੈਗੀ ਹੈ। ਤਾਂ 40 ਏਕੜ ਜ਼ਮੀਨ ਹੁਣ ਸਾਡੇ ਕੋਲੇ ਨਹੀਂ ਹੈਗੀ, ਤਾਂ ਉਹਦੇ ਕਰਕੇ ਇੱਕ ਤਾਂ ਮੁੱਖ ਕਾਰਨ ਇਹ ਬਣ ਗਿਆ। ਦੂਸਰਾ, ਉਹ ਕਹਿੰਦੇ ਕਿ ਤੁਹਾਡੇ ਕੋਲੇ ਪ੍ਰੋਫੈਸਰ ਦੀਆਂ ਪੋਸਟਾਂ ਹੋਣੀਆਂ ਚਾਹੀਦੀਆਂ, ਤਾਂ ਉਹ ਜਿਹੜੀ ਅਧਿਆਪਕਾਂ ਦੀ ਗਿਣਤੀ ਹੈ ਉਹ ਸਾਡੇ ਕੋਲੇ ਘੱਟ ਹੈਗੀ ਹੈ, ਉਹਦੀ ਪੂਰਤੀ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਹੈ। ਤੀਸਰਾ, ਉਹ ਕਹਿੰਦੇ ਲੈਬੋਰਟਰੀਜ਼ ਹਰ ਕਿਸਮ ਦੀਆਂ ਜਿਹੜੀਆਂ ਇੱਥੇ ਜਿਹੜੀਆਂ ਹੋਣੀਆਂ ਚਾਹੀਦੀਆਂ ਹੈਗੀਆਂ ਨੇ। ਤਾਂ ਉਹ ਇਹ ਤਿੰਨੇ ਚੀਜ਼ਾਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ। ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਇਹਨਾਂ ਦੀ ਪੂਰਤੀ ਕਰਨਾ। ਤਾਂ ਇਹਨਾਂ ਦੇ ਜੇ ਮੈਂ ਹੱਲ ਦੀ ਗੱਲ ਕਰਾਂ ਤਾਂ ਮੈਂ ਇਹਦੇ 3 ਹੱਲ ਸੋਚਦਾ ਜੀ। ਇੱਕ ਤਾਂ ਪਹਿਲਾ ਹੱਲ ਤਾਂ ਇਹੀ ਹੈ ਕਿ ਸਾਨੂੰ ਇਹ ਤਿੰਨੇ ਚੀਜ਼ਾਂ ਪੂਰਤੀ ਕਰ ਦਿੱਤੀ ਜਾਵੇ ਅਤੇ ਅਸੀਂ BSc ਐਗਰੀਕਲਚਰ ਨਾਲ ਦੀ ਨਾਲ ਇੱਥੇ ਬਰਜਿੰਦਰਾ ਕਾਲਜ ਦੇ ਵਿੱਚ ਸ਼ੁਰੂ ਹੋ ਜਾਏ। ਪਹਿਲਾ ਹੱਲ ਤਾਂ ਇਹ ਹੈ। ਜੇ ਮੰਨ ਲਓ ਵੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲੋਂ ਇਹ ਹੱਲ ਨਹੀਂ ਹੋ ਰਿਹਾ, ਅਸੀਂ ਇੱਕਦਮ ਤੁਹਾਨੂੰ ਅਧਿਆਪਕ ਵੀ ਨਹੀਂ ਦੇ ਸਕਦੇ, ਤੁਹਾਨੂੰ ਜ਼ਮੀਨ ਵੀ ਨਹੀਂ ਦੇ ਸਕਦੇ, ਤਾਂ ਸਾਡੇ ਕੋਲੇ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ। ਤਾਂ ਉਹਨਾਂ ਕੋਲੇ 65 ਏਕੜ ਜ਼ਮੀਨ ਹੈ ਲਗਭਗ ਇੱਥੇ, ਤਾਂ 15 ਸਾਡੇ ਕੋਲੇ ਹੈਗੀ ਹੈ। ਤਾਂ ਅਸੀਂ ਇੱਕ ਜੁਆਇੰਟ ਤੌਰ ਤੇ ਵੀ ਜਿਹੜੀ ਹੈਗੀ ਹੈ BSc ਐਗਰੀਕਲਚਰ ਦੁਬਾਰਾ ਸ਼ੁਰੂ ਕਰ ਸਕਦੇ ਹਾਂ, ਜਿਹਦੇ ਵਿੱਚ ਮਿਲਵੇਂ ਰੂਪ ਦੇ ਵਿੱਚ ਜਿਹੜੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਸਰਕਾਰੀ ਬਰਿੰਦਰਾ ਕਾਲਜ ਫਰੀਦਕੋਟ ਜਿਹੜਾ ਹੈ ਉਹ ਸ਼ੁਰੂ ਕਰ ਸਕਦਾ ਹੈਗਾ। ਇਹ ਜਿਹੜਾ ਹੁੰਦਾ ਤਾਂ ਤੁਸੀਂ ਉਹਨਾਂ ਦੀਆਂ ਲੈਬਸ ਵੀ ਕਰ ਸਕਦੇ ਹੋ ਜਿਹੜੀਆਂ। ਬਿਲਕੁਲ ਜੀ, ਬਿਲਕੁਲ। ਉਹਨਾਂ ਦਾ ਇਨਫਰਾਸਟ੍ਰਕਚਰ ਹੈਗਾ ਜੀ, ਸਾਡਾ ਇਨਫਰਾਸਟ੍ਰਕਚਰ ਹੈਗਾ, ਤਾਂ ਸਾਡੇ ਕੋਲੇ ਤਾਂ ਬਹੁਤ ਕੁਝ ਜਿਹੜਾ ਹੈ ਫਿਰ ਸ਼ਹਿਰ ਦੇ ਵਿੱਚ ਪਿਆ ਹੈਗਾ। ਤਾਂ ਇਹ ਤੀਸਰਾ ਹੱਲ ਮੈਂ ਕਹਿੰਦਾ ਹੈ ਕਿ ਜੇ PAU ਕਵੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੁਧਿਆਣਾ ਹੈ ਉਹ ਕਵੇ ਕਿ ਅਸੀਂ ਇੱਥੇ ਚਲਾਉਣੇ ਹੈਗੇ ਆ BSc ਐਗਰੀਕਲਚਰ ਅਤੇ ਉਹ ਸਾਡਾ ਇਨਫਰਾਸਟ੍ਰਕਚਰ ਵਰਤਣਾ ਚਾਹੁੰਦੇ ਆ, ਤਾਂ ਸਾਡਾ ਮੁੱਖ ਮਕਸਦ ਇਹ ਹੈਗਾ ਕਿ ਇਸ ਸ਼ਹਿਰ ਦੇ ਵਿੱਚੋਂ BSc ਖੇਤੀਬਾੜੀ ਖਤਮ ਨਹੀਂ ਹੋਣੀ ਚਾਹੀਦੀ। ਕਿਉਂਕਿ ਗਰੀਬ ਜਿਹੜੇ ਬੱਚੇ ਨੇ ਉਹਨਾਂ ਦਾ ਸਭ ਤੋਂ ਵੱਡਾ, ਤੁਸੀਂ ਦੇਖੋ ਜੀ, ਬਟਾਲੇ ਤੋਂ ਚੱਲ ਕੇ ਇੱਥੇ ਬੱਚੇ ਆਉਂਦੇ ਸੀਗੇ, ਗੁਰਦਾਸਪੁਰ ਤੋਂ ਚੱਲ ਕੇ ਇੱਥੇ ਆਉਂਦੇ ਸੀਗੇ, ਹੁਸ਼ਿਆਰਪੁਰ, ਕਪੂਰਥਲਾ, ਮਾਨਸਾ, ਬੁਢਲਾਡਾ, ਪਟਿਆਲਾ, ਇੰਨੇ ਦੂਰੋਂ ਦੂਰੋਂ ਜਿਹੜੇ ਬੱਚੇ ਆ ਕੇ ਇੱਥੇ ਰਹਿੰਦੇ ਸੀਗੇ। ਔਰ ਸਾਡਾ ਹੋਸਟਲ ਜੇ ਤੁਸੀਂ ਜਾ ਕੇ ਦੇਖੋ ਉਹ ਖਾਲੀ ਹੋ ਚੁੱਕਿਆ ਔਰ ਉਹ ਖਤਮ ਹੋ ਰਿਹਾ। ਉਹਦਾ ਮੁੱਖ ਕਾਰਨ ਇਹੀ ਹੈ ਕਿ ਇੱਥੋਂ BSc ਐਗਰੀਕਲਚਰ ਖਤਮ ਹੋ ਗਈ। ਉਹੀ ਬੱਚੇ ਜਿਹੜੇ ਆ ਉਹ ਉਹਦੇ 'ਚ ਰਹਿੰਦੇ ਸੀਗੇ। ਤਾਂ ਹੱਲ ਹੋ ਸਕਦੇ ਹੈਗੇ ਨੇ, ਹੱਲ ਬਹਿ ਕੇ ਕਰਨੇ ਪੈਣੇ ਆ। ਉਹ ਉਹਨਾਂ ਚਿਕਰ ਨਹੀਂ ਹੋਣੇ ਜਿੰਨਾ ਚਿਕਰ ਅਸੀਂ ਇਹਦੇ ਤੇ ਜਿਹੜਾ ਲਗਾਤਾਰਤਾ ਨਹੀਂ ਬਣਾਉਂਦੇ ਕਿਸੇ ਗੱਲ ਦੀ। ਜੇਕਰ ਗੱਲ ਕਰ ਲਈਏ ਤਾਂ ਜੋ ਇਸ ਵਕਤ ਪੰਜਾਬ ਸਰਕਾਰ ਦੇ ਵਿੱਚ ਉੱਚ ਅਹੁਦਿਆਂ ਤੇ ਨੇ, ਨੁਮਾਇੰਦੇ ਨੇ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਜੀ, ਜਦੋਂ ਇੱਥੇ ਪਹਿਲਾਂ ਬੱਚਿਆਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਸੀ ਉਦੋਂ ਧਰਨੇ 'ਚ ਸ਼ਾਮਲ ਹੁੰਦੇ ਰਹੇ ਆ, ਕਈ ਵੱਡੀਆਂ ਗੱਲਾਂ ਕਰਦੇ ਰਹੇ ਆ ਜੀ ਜੀ ਜੀ। ਤੇ ਅੱਜ ਕੱਲ੍ਹ ਉਹਨਾਂ ਦਾ ਕੀ ਰੁਖ ਰਿਹਾ ਹੈਗਾ? ਦੇਖੋ, ਜਦੋਂ ਵੀ ਅਸੀਂ ਇਸ ਇਲਾਕੇ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਮਿਲਦੇ ਆ ਤਾਂ ਸਾਨੂੰ ਭਰੋਸਾ ਦਿੰਦੇ ਨੇ
ਉਹਨਾਂ ਨੇ ਕਦੇ ਵੀ ਸਾਨੂੰ ਐ ਨਹੀਂ ਕਿਹਾ ਵੀ BSc ਐਗਰੀਕਲਚਰ ਨਹੀਂ ਚਾਲੂ। ਉਹ ਕਹਿੰਦੇ ਬਹੁਤ ਜਲਦ ਹੋ ਰਹੀ ਹੈ, ਬਹੁਤ ਜਲਦ ਹੋ ਰਹੀ ਹੈ। ਹੋ ਸਕਦਾ ਕਿ ਉਹ ਐਫਰਟ ਵੀ ਕਰ ਰਹੇ। ਇੱਕ ਵਾਰੀ ਸਾਡੀ ਵਾਈਸ ਚਾਂਸਲਰ ਸਾਹਿਬ ਨੇ ਦੇ ਨਾਲ ਮੀਟਿੰਗ ਵੀ ਜਿਹੜੀ ਆ ਉਹ ਕਰਵਾਈ ਗਈ ਹੈਗੀ ਆ ਉਹਨਾਂ ਵੱਲੋਂ, ਪਰ ਮਤਲਬ ਕਿ ਉਹਦਾ ਕੁਝ ਨਤੀਜਾ ਨਹੀਂ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ। ਉਹ ਜਿੰਨਾ ਚਿਰ, ਕਿਉਂਕਿ ਹੁਣ 1 ਮਹੀਨੇ ਦਾ ਵਕਫਾ ਰਹਿ ਗਿਆ, 1 ਮਹੀਨੇ ਬਾਅਦ ਜੇ ਇੱਥੋਂ BSc ਐਗਰੀਕਲਚਰ ਬੰਦ ਹੁੰਦੀ ਹੈ ਤਾਂ ਜਿਹੜਾ BSc ਐਗਰੀਕਲਚਰ ਨੂੰ ਪੜ੍ਹਾਉਣ ਵਾਲੇ 6 ਅਧਿਆਪਕ ਹੈ ਉਹਨਾਂ ਦਾ ਕੀ ਕੀਤਾ ਜਾਊਗਾ? ਦੇਖੋ ਉਹਨਾਂ ਦੀ ਨੌਕਰੀ ਤੇ ਵੀ ਜਿਹੜੀ ਆਚ ਆਊਗੀ। ਤਾਂ ਜਿਹੜਾ 1 ਮਹੀਨਾ ਰਹਿ ਗਿਆ, 1 ਮਹੀਨੇ ਦੇ ਵਿੱਚ ਜਾਂ ਤਾਂ ਇੱਥੇ ਦੁਬਾਰਾ ਚਾਲੂ ਕਰ ਦਿੱਤੀ ਜਾਵੇ, ਤਾਂ ਨਹੀਂ ਇਹਦਾ ਇਸ ਕਾਲਜ ਦਾ ਬਹੁਤ ਵੱਡਾ ਨੁਕਸਾਨ ਹੋਊਗਾ, ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਇਹ ਨਹੀਂ ਹੋਊਗਾ। ਲੱਗਦਾ ਹੈਗਾ ਕਿ ਗਿਆਨੀ ਜੈਲ ਸਿੰਘ ਨੇ ਇੱਥੇ B.Ed ਸ਼ੁਰੂ ਕੀਤੀ ਸੀ 1982 ਦੇ ਵਿੱਚ, ਤੇ ਅੱਜ ਕੱਲ ਉਹਨਾਂ ਦੇ ਹੀ ਪਰਿਵਾਰ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ, ਸਰਕਾਰ ਦੇ ਵਿੱਚ ਉੱਚ ਅਹੁਦੇ ਤੇ ਨੇ, ਤੇ ਉਹਨਾਂ ਦੇ ਸਮੇਂ ਦੇ ਵਿੱਚ ਹੁਣ ਇੱਥੋਂ ਬੰਦ ਹੋਣ ਜਾ ਰਹੀ ਹੈ। ਬਿਲਕੁਲ ਜੀ, ਇਹ ਗੱਲ ਆਪਸ ਵਿੱਚ ਮੇਲ ਖਾ ਗਈ ਹੈਗੀ ਹੈ ਬਿਲਕੁਲ, ਕਿ ਗਿਆਨੀ ਜੈਲ ਸਿੰਘ ਜੀ ਨੇ 1982 ਦੇ ਵਿੱਚ ਇੱਥੇ BSc ਖੇਤੀਬਾੜੀ ਸ਼ੁਰੂ ਕਰਵਾਈ ਸੀ, ਤੇ ਉਹਨਾਂ ਦਾ ਪੋਤਰਾ ਅੱਜ ਕੱਲ ਮਾਨਯੋਗ ਸਪੀਕਰ ਸਾਹਿਬ ਸਾਡੇ ਤੇ ਸਰਦਾਰ ਕੁਲਤਾਰ ਸਿੰਘ ਜੀ ਸੰਧਵਾਂ, ਤਾਂ ਉਹ ਸਪੀਕਰ ਨੇ, ਉਹ ਜ਼ੋਰ ਵੀ ਬਹੁਤ ਲਾ ਰਹੇ ਨੇ। ਕਈ ਵਾਰ ਸਾਡੇ ਕੋਲੇ ਆਏ ਨੇ ਔਰ ਸਾਨੂੰ ਉਹਨਾਂ ਨੇ ਜਿਹੜਾ ਭਰੋਸਾ ਵੀ ਦਿੱਤਾ ਹੈ ਕਿ BSc ਖੇਤੀਬਾੜੀ ਸ਼ੁਰੂ ਕਰਾਈ ਜਾਊਗੀ। ਮੇਰੇ ਸਾਹਮਣੇ ਉਹਨਾਂ ਨੇ ਵਾਈਸ ਚਾਂਸਲਰ ਸਾਹਿਬ ਨੂੰ ਵੀ ਕਿਹਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ, ਕਿ ਜਲਦ ਤੋਂ ਜਲਦ ਜਿਹੜਾ ਇਹ ਕੰਮ ਹੈ ਕੀਤਾ ਜਾਵੇ। ਪਰ ਹਜੇ ਵੀ ਇਹਦੇ ਤੇ ਬਹੁਤ ਜ਼ੋਰ ਲਾਉਣ ਦੀ ਲੋੜ ਹੈਗੀ ਹੈ। ਐਡਾ ਸੌਖਾ ਕੰਮ ਨਹੀਂ ਹੈਗਾ। 1 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ। ਹਾਂ, ਸਾਲ ਦਾ ਸਮਾਂ ਵੀ ਬਹੁਤ ਜ਼ਿਆਦਾ ਬੀਤ ਗਿਆ। ਤਾਂ ਹਜੇ ਵੀ ਜੇ ਮੈਂ ਕਹਿੰਦਾ ਕਿ ਸਰਕਾਰ ਜੇ ਚਾਹੇ ਤਾਂ 1 ਮਹੀਨਾ ਪਿਆ ਹੈ, 1 ਮਹੀਨੇ ਦੇ ਨਾਲ 1 ਮਹੀਨਾ ਸਾਡੇ ਪੇਪਰ ਚੱਲਣੇ ਆ। ਜੂਨ ਹੈ, ਮਈ ਤੇ ਜੂਨ 2 ਮਹੀਨੇ ਹੈਗੇ। ਜੁਲਾਈ ਦੇ ਵਿੱਚ ਨਵੀਆਂ ਐਡਮਿਸ਼ਨਾਂ ਸ਼ੁਰੂ ਹੋਣੀਆਂ ਹੈਗੀਆਂ, ਤਾਂ ਉਦੋਂ ਤੱਕ 2 ਮਹੀਨਿਆਂ ਦੇ ਵਿੱਚ ਸਰਕਾਰ ਚਾਹੇ ਤਾਂ ਜੀ 1 ਮਿੰਟ 'ਚ ਸਾਰਾ ਕੁਝ ਹੋ ਜਾਣਾ। ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਕਿ ਮੁੱਖ ਮੰਤਰੀ ਸਾਹਿਬ ਨੇ ਉਸੇ ਪਰਚੀ ਦੇ ਉੱਤੇ ਲਿਖਤਾ ਕਿ ਤੁਰੰਤ ਚਾਲੂ ਕੀਤੀ ਜਾਵੇ, ਤਾਂ ਚਾਲੂ ਹੋਊਗੀ। ਤਾਂ 1 ਸਕਿੰਟ ਦੇ ਵਿੱਚ ਵੀ ਸਾਰਾ ਕੁਝ ਹੋ ਸਕਦਾ ਹੁੰਦਾ, ਤਾਂ ਕਰ ਸਕਦੇ ਨੇ। ਤਾਂ ਇਹ ਮੈਂ ਵੀ ਉਹਨਾਂ ਨੂੰ ਅਪੀਲ ਕਰਾਂਗਾ ਕਿ ਜਲਦ ਤੋਂ ਜਲਦ, ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਵੀ ਅਪੀਲ ਕਰਾਂਗਾ ਕਿ ਜਲਦ ਤੋਂ ਜਲਦ ਜਿਹੜੀ ਹੈ ਇਸ ਕਾਲਜ ਦੇ ਵਿੱਚ BSc ਖੇਤੀਬਾੜੀ ਦੁਬਾਰਾ ਸ਼ੁਰੂ ਜਿਹੜੀ ਹੈ ਉਹ ਕੀਤੀ ਜਾਵੇ।